ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ 'ਤੇ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਸ਼ਰਧਾਪੂਰਵਕ ਜਿਹੜਾ ਸਤਿਕਾਰ ਭੇਂਟ ਕਰਦੇ ਹਾਂ ਗੁਰੂ ਸਾਹਿਬ ਨੂੰ। ਅਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਅੱਜ ਅਸੀਂ ਗੱਲ ਕਰਾਂਗੇ ਦੇਸ਼ ਭਰ ਦੇ ਵਿੱਚ ਜਿਹੜੀ ਵੱਖ-ਵੱਖ ਘਟਨਾਵਾਂ ਵਾਪਰ ਰਹੀਆਂ ਨੇ, ਚਾਹੇ ਉਹ ਇਮਾਰਤਾਂ ਢਾਉਣ ਦੀ ਹੋਣ, ਬਿਲਡਿੰਗਾਂ 'ਤੇ ਬੁਲਡੋਜ਼ਰ ਚਲਾਉਣ ਦੀ ਹੋਵੇ, ਜਾਂ ਕਿਸੇ ਥਾਂ ਦੀ ਪੁਲਿਸ ਵੱਲੋਂ ਦੂਜੀ ਥਾਂ 'ਤੇ ਜਾ ਕੇ ਸਿਆਸੀ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਹੋਵੇ। ਇਹਨਾਂ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਆਤਿਸ਼। ਹਮੀਰ ਜੀ, ਜਿਵੇਂ ਕਿ ਆਪਾਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਦੇਸ਼ ਭਰ ਦੇ ਵਿੱਚ ਕਈ ਥਾਵਾਂ 'ਤੇ ਅਜਿਹੀ ਘਟਨਾਵਾਂ ਵਾਪਰ ਰਹੀਆਂ ਨੇ ਜਿੱਥੇ ਕਿ ਸੂਬਾ ਸਰਕਾਰ ਦੀ ਸ਼ਹਿ 'ਤੇ ਧੱਕੇਸ਼ਾਹੀ ਨਾਲ ਕਿਵੇਂ ਬੁਲਡੋਜ਼ਰ ਚਲਾਏ ਜਾ ਰਹੇ ਨੇ, ਇਮਾਰਤਾਂ ਨੂੰ ਢਾਇਆ ਜਾ ਰਿਹਾ, ਅਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਸਿਆਸੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਵੀ ਕਿ ਅਜਿਹੀ ਘਟਨਾਵਾਂ ਸਮਾਜ ਨੂੰ ਕਿੱਧਰਲੇ ਪਾਸੇ ਲੈ ਕੇ ਜਾ ਰਹੀਆਂ ਨੇ, ਅਤੇ ਇਸ ਦੇ ਨਾਲ ਹੀ ਜਿਹੜਾ ਅੱਜ ਜਹਾਂਗੀਰਪੁਰੀ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਵੀ ਹੋਈ ਹੈ, ਉੱਥੇ ਕੀ ਕੁਝ ਹੋਇਆ? ਅਸਲ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਕੰਮ ਚੱਲਿਆ ਹੋਇਆ, ਕਿਉਂਕਿ ਇਹ ਤੋਂ ਪਹਿਲਾਂ 10 ਅਪ੍ਰੈਲ ਨੂੰ ਹੋਇਆ ਸੀ ਮੱਧ ਪ੍ਰਦੇਸ਼ ਦੇ ਵਿੱਚ, ਜਦੋਂ ਰਾਮ ਨੌਮੀ ਦਾ ਇੱਕ ਜਾ ਰਿਹਾ ਸੀ ਪ੍ਰੋਸੈਸ਼ਨ, ਉਦੋਂ ਵੀ ਟਕਰਾਅ ਹੋਇਆ। ਅਤੇ ਇਸੇ ਤਰ੍ਹਾਂ ਮੱਧ ਪ੍ਰਦੇਸ਼, ਯੂਪੀ, ਦਿੱਲੀ ਦੇ ਵਿੱਚ ਹਨੂੰਮਾਨ ਜਯੰਤੀ ਜਾਂ ਹਨੂੰਮਾਨ ਨੂੰ ਲੈ ਕੇ ਜਿਹੜਾ ਸੀਗਾ ਕੋਈ ਪ੍ਰੋਸੈਸ਼ਨ ਜਾ ਰਿਹਾ ਸੀ, ਉੱਥੇ ਕਲੈਸ਼ ਹੋਇਆ। ਇਹਨਾਂ ਕਲੈਸ਼ਾਂ ਦੇ ਵਿੱਚ ਇੱਕ ਨਵੀਂ ਗੱਲ ਜੁੜ ਗਈ। ਮਤਲਬ ਪਹਿਲਾਂ ਵੀ ਕੋਈ ਨਵੀਂ ਗੱਲ ਨਹੀਂ ਹੈ ਦੇਸ਼ 'ਚ ਕਿ ਹਿੰਦੂ ਮੁਸਲਮਾਨ ਟਕਰਾਅ ਨਾ ਹੋਏ ਜਾਂ ਫਸਾਦ ਨਾ ਹੋਏ ਹੋਣ ਥੋੜ੍ਹੇ ਬਹੁਤ, ਪਰ ਕੁਝ ਗੱਲਾਂ ਨਵੀਆਂ ਹੈਗੀਆਂ ਨੇ। ਨਵੀਆਂ ਗੱਲਾਂ ਕੀ ਜੁੜ ਗਈਆਂ ਨੇ ਕਿ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਹੁਣ ਦਿੱਲੀ ਦੀ ਗੱਲ ਹੈ, ਪੁਲਿਸ ਕਮਿਸ਼ਨਰ ਦਿੱਲੀ ਦਾ ਕਹਿ ਰਿਹਾ ਕਿ ਬਿਨਾਂ ਪਰਮਿਸ਼ਨ ਤੋਂ ਇਹ ਰੂਟ ਸੀਗਾ ਜੀ। ਅਤੇ ਜੇ ਬਿਨਾਂ ਪਰਮਿਸ਼ਨ ਤੋਂ ਰੂਟ ਸੀ ਤਾਂ ਇਜਾਜ਼ਤ ਕਿਉਂ ਦਿੱਤੀ ਗਈ? ਬਿਲਕੁਲ ਨਾਰਮਲੀ ਬੈਠ ਕੇ ਤੈਅ ਕੀਤਾ ਜਾਂਦਾ। ਦੂਜੀ ਗੱਲ, ਨੰਗੀਆਂ ਤਲਵਾਰਾਂ ਨਾਲ ਜਿਹੜਾ ਇੱਕ ਕਿਸੇ ਨੂੰ ਵੀ ਯਾਦ ਕਰਨਾ, ਜਾਂ ਇਹ ਕੋਈ ਬਹੁਤ ਬੜੀ ਉਸ ਲੈਵਲ ਦੀ ਗੱਲ ਨਹੀਂ। ਜਾਂ ਜਦੋਂ ਤੁਹਾਨੂੰ ਪਤਾ ਤੁਹਾਡੀ ਇੰਟੈਲੀਜੈਂਸ ਪਹਿਲਾਂ ਹੀ ਹੈ ਕਿ ਬਹੁਤ ਜ਼ਿਆਦਾ ਉੱਥੇ ਤਣਾਅ ਹੋਏਗਾ ਫਲਾਨੀ ਮਸਜਿਦ ਦੇ ਸਾਹਮਣੇ ਜਾਂ ਫਲਾਨੀ ਜਗ੍ਹਾ ਜੀ, ਉੱਥੇ ਫਿਰ ਬੰਦੋਬਸਤ ਉਹਨੇ ਕਿਉਂ ਨਹੀਂ ਕੀਤੇ ਜਾਂਦੇ? ਉਹ ਇਹ ਸਾਰੇ ਸਵਾਲ ਤਾਂ ਆਪਣੀ ਜਗ੍ਹਾ ਨੇ, ਪਰ ਇਦੋਂ ਮਹੱਤਵਪੂਰਨ ਗੱਲ ਇਹ ਹੈ, ਜਿਹੜੀ ਗੱਲ ਕਰਨ ਵਾਲੀ ਹੈ, ਉਹ ਇਹ ਕਿ ਇਹਨਾਂ ਤੋਂ ਬਾਅਦ ਸਟੇਟ ਦਾ ਐਟੀਚਿਊਡ ਕੀ ਹੈ, ਪ੍ਰਸ਼ਾਸਨ ਦਾ ਮਤਲਬ ਆਪਣਾ ਕੀ ਮੁਹਾਵਰਾ, ਕਿਹੜੇ ਮੁਹਾਵਰੇ 'ਚੋਂ ਗੱਲ ਕਰ ਰਹੀ ਹੈ, ਕਿਹੜੇ ਵਿਵਹਾਰ ਨਾਲ ਉਹ ਲੋਕਾਂ ਨਾਲ ਨਜਿੱਠ ਰਹੀ ਹੈ, ਕੀ ਕਰ ਰਹੀ ਹੈ। ਤਾਂ ਇਹਨਾਂ ਜਗ੍ਹਾ 'ਤੇ ਇੱਕ ਗੱਲ ਚੱਲ ਗਈ। ਮਤਲਬ ਉੱਥੇ ਤਾਂ ਗ੍ਰਹਿ ਮੰਤਰੀ ਕਹਿ ਰਿਹਾ ਮੱਧ ਪ੍ਰਦੇਸ਼ ਦੇ ਵਿੱਚ, ਤੁਸੀਂ ਦੇਖੋ, ਅਤੇ ਮੈਂਬਰ ਪਾਰਲੀਮੈਂਟ ਵੀ ਇੱਕ ਕਹਿ ਰਿਹਾ ਕਿ ਹੁਣ ਅੱਗੇ ਤੋਂ ਅਸੀਂ ਐਵੇਂ ਹੀ ਕਰਾਂਗੇ। ਕੀ ਕਰਾਂਗੇ ਕਿ ਜਿਹੜੇ ਦੰਗੇ 'ਚ ਸ਼ਾਮਲ ਬੰਦੇ ਨੇ ਉਹਨਾਂ ਦੀਆਂ ਦੁਕਾਨਾਂ ਆਉਣ ਮੂਹਰੇ, ਦੁਕਾਨਾਂ ਢਾਹ ਦਾਂਗੇ, ਘਰ ਆਉਣ ਘਰ ਢਾਹ ਦਾਂਗੇ, ਕਿਉਂਕਿ ਉਹ ਨਾਲ ਦੀ ਨਾਲ ਇਹ ਕਹਿੰਦੇ ਨੇ ਕਿ ਇਹ ਗੈਰ ਕਾਨੂੰਨੀ ਤੌਰ 'ਤੇ ਬੈਠੇ ਹੋਏ ਨੇ ਜੀ। ਅਤੇ ਉਹ ਪ੍ਰੋਸੈਸ ਲਗਾਤਾਰ ਚੱਲਦਾ ਜਾ ਰਿਹਾ। ਕੱਲ੍ਹ ਜਿਹੜਾ ਜਹਾਂਗੀਰਪੁਰ ਦੇ ਵਿੱਚ ਤਾਂ ਕੱਲ੍ਹ ਸੁਪਰੀਮ ਕੋਰਟ ਦਾ ਆਰਡਰ ਬੜਾ ਜਲਦੀ ਆ ਗਿਆ ਸੀ। ਆਰਡਰ ਆ ਗਿਆ, ਫਿਰ ਵੀ ਢਾਹ ਰਹੇ ਸੀ ਉਹ ਲਗਾਤਾਰ। ਫਿਰ ਕਈ ਲੀਡਰ ਬਰਿੰਦਾ ਕਰਾਤ ਤੋਂ ਲੈ ਕੇ ਹੋਰ ਕਈ ਲੀਡਰ ਉਹਦੇ ਮੂਹਰੇ ਆਏ, ਉਹ ਦਿਖਾ ਰਹੇ ਨੇ ਜੱਜਮੈਂਟ। ਮਤਲਬ ਵੀ ਇਹ ਆਏ, ਕਿਹਾ ਜਾ ਰਿਹਾ ਕਿ ਕਾਫੀ ਜ਼ਿਆਦਾ ਜਿਹੜੀ ਢਹਾਈ ਹੈ, ਢਾਤੀਆਂ ਦੁਕਾਨਾਂ, ਉਹ ਤੋਂ 1 ਘੰਟੇ ਬਾਅਦ ਤੱਕ ਢਾਉਂਦੇ ਰਹੇ, ਮਤਲਬ ਸੁਪਰੀਮ ਕੋਰਟ ਦੀ ਜੱਜਮੈਂਟ ਤੋਂ ਬਾਅਦ। ਇਸੇ ਕਰਕੇ ਅੱਜ ਸੁਪਰੀਮ ਕੋਰਟ ਨੇ ਕਾਫੀ ਜ਼ਿਆਦਾ ਉੱਤੇ ਸਖਤ ਰੁਖ ਇਹ ਲਿਆ ਵੀ ਇਹ ਕੀ ਮਾਮਲਾ ਹੈ। ਇਹਦਾ ਮਤਲਬ ਤੁਸੀਂ ਕੁਝ ਵੀ ਕਰੋਗੇ ਜੀ, ਜੋ ਮਰਜ਼ੀ ਮਨ ਆਇਆ ਕਰੂਗਾ, ਤਾਂ ਫਿਰ ਸੰਵਿਧਾਨ ਦੀ, ਕਾਨੂੰਨ ਦੀ ਜਾਂ ਕੋਈ ਗੱਲ ਰਹਿ ਕਿੱਥੇ ਜਾਊਗੀ? ਫਿਰ ਤਾਂ ਜਿਹਦੇ ਕੋਲ ਸੱਤਾ ਹੈ ਜਾਂ ਜਿਹਦੇ ਨਾਲ ਸੱਤਾ ਹੈ ਖੜੀ ਹੈ, ਉਹ ਜੋ ਮਰਜ਼ੀ ਕਰਦੇ ਜਾਣਗੇ। ਹੁਣ ਇਹਦੇ ਨਾਲ ਸਭ ਤੋਂ ਬੜਾ ਕੁਐਸਚਨ ਇਹ ਹੈ ਕਿ ਕੀ ਇਹ ਗੱਲਾਂ ਆਪਸ ਦੇ ਵਿੱਚ ਸਹਿਮਤ ਨੇ? ਜੇ ਕੋਈ ਦੰਗਾ ਹੁੰਦਾ, ਦੰਗਾ ਹੋ ਗਿਆ, ਦੰਗੇ ਦਾ ਚਾਰਜ ਹੈ ਕਿਸੇ ਦੇ ਉੱਤੇ ਜੀ, ਕੋਈ ਕਿਸੇ ਧਿਰ ਨੂੰ ਤੁਸੀਂ ਫੜੋਗੇ, ਕਿਸੇ ਨੂੰ ਛੱਡੋਗੇ, ਉਹ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਇੱਕ ਮਤਲਬ ਜਿੰਮ ਹੈ। ਬਿਲਕੁਲ। ਹੁਣ ਦੰਗਾ ਜਿਹੜਾ ਹੁੰਦਾ ਉਹ ਇੱਕ ਪਾਛੜ ਵੀ ਨਹੀਂ ਹੋ ਸਕਦਾ ਜੀ। ਜੇ ਇੱਕ ਧਿਰ ਨੇ ਕੁਝ ਮਾਰਿਆ ਤਾਂ ਦੂਜੀ ਨੇ ਵੀ ਮਾਰਿਆ, ਉਹ ਦੂਜੀ ਧਿਰ ਕਰਦੀ ਹੈ ਤਾਂ ਉਹ ਵੀ ਇੱਕ ਦੂਜੇ 'ਤੇ ਹੁੰਦਾ। ਉਹ ਤਾਂ ਜੇ ਰੋੜਾ ਚਾਰਜ ਹੁੰਦਾ ਹੈ ਜਾਂ ਆਪਸਦਾਰੀ ਦੇ ਲੜਾਈ ਹੁੰਦੀ ਹੈ ਤਾਂ ਦੋਨਾਂ ਧਿਰਾਂ ਦਾ ਇਹ ਤਾਂ ਜਦੋਂ ਇੱਕ ਮਾਈਂਡ ਸੈੱਟ ਨੂੰ ਧਿਆਨ 'ਚ ਰੱਖ ਕੇ ਜਿਹੜਾ ਕਿਹਾ ਜਾ ਰਿਹਾ, ਜਿਹੜੀ ਤਰਤੀਬ ਹੈ ਜਿਹੜਾ ਉਹਨੂੰ ਦਿੱਤੀ ਜਾ ਰਹੀ ਹੈ ਕਿ ਇਕੱਲੇ ਇੱਕ ਭਾਈਚਾਰੇ ਨੂੰ ਲੈ ਕੇ, ਖਾਸ ਤੌਰ 'ਤੇ ਮੁਸਲਿਮ ਭਾਈਚਾਰਾ ਟਾਰਗੇਟ ਕਰਨ ਦਾ ਜਿਹੜਾ ਦੋਸ਼ ਲੱਗ ਰਿਹਾ ਜੀ, ਜਿਹੜਾ ਵਕੀਲਾਂ ਨੇ ਵੀ ਲਾਇਆ, ਜਿਹੜੇ ਸੁਪਰੀਮ ਕੋਰਟ ਦੇ ਵਿੱਚ ਵੀ ਗਏ, ਕਿ ਇਹ ਜਿਹੜਾ ਤਰੀਕਾ ਹੈ ਇਹ ਕੀ ਹੈ? ਡਰ ਅਤੇ ਸਹਿਮ ਪੈਦਾ ਕਰਨ ਦਾ। ਫਿਰ ਉਹ ਜਿਹੜਾ ਧਰਮ ਨਿਰਪੱਖ ਇੰਡੀਆ ਦਾ ਸਵਾਲ ਹੈ, ਸੰਵਿਧਾਨ ਦਾ ਸਵਾਲ ਹੈ, ਜਾਂ ਬਾਕੀ ਦੀਆਂ ਚੀਜ਼ਾਂ ਨੇ, ਉਹ ਕਿੱਧਰ ਜਾਣਗੀਆਂ? ਔਰ ਉਹਦੇ ਉੱਤੇ ਅਜੇ ਵੀ
ਸੁਪਰੀਮ ਕੋਰਟ ਦੇ ਵਿੱਚ ਵੀ ਤੁਸੀਂ ਦੇਖੋ ਕਿ ਗਵਰਨਮੈਂਟ ਨੇ ਜਾਂ ਜਿਹੜੀ ਦਿੱਲੀ ਦੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਜਿੰਮਾ ਦੇ ਦਿੰਦੀ ਆ, ਉੱਪਰ ਤਾਂ ਗਵਰਨਮੈਂਟ ਆ, ਉਹਦੀ ਤਾਂ ਔਕਾਤ ਨਹੀਂ ਹੁੰਦੀ ਮਿਊਨਿਸਪਲ ਕਾਰਪੋਰੇਸ਼ਨ ਦੀ ਐਡੀ। ਹੁਣ ਇੱਕ ਕੀ ਡਿਊ ਪ੍ਰੋਸੀਜਰ ਅਪਣਾਇਆ ਜਾਂਦਾ ਹੈ ਜਾਂ ਅਪਣਾਇਆ ਜਾਣਾ ਚਾਹੀਦਾ ਹੈ, ਜਾਂ ਜਿਹਦੇ ਦਿਮਾਗ 'ਚ ਜੋ ਆਏ ਉਹ ਕਰ ਦੇਣਾ ਚਾਹੀਦਾ। ਇੱਕ ਤਰੀਕਾ ਤਾਂ ਕੁਝ ਲੋਕ ਇਹ ਕਹਿੰਦੇ ਨੇ ਡਿਊ ਪ੍ਰੋਸੀਜਰ ਦਾ ਮਤਲਬ ਇਹ ਹੈ ਕਿ ਤੁਸੀਂ ਅਦਾਲਤ ਕੋਲ ਜਾਓ, ਅਦਾਲਤ ਤੁਹਾਨੂੰ ਇਹ ਕਹੇ ਕਿ ਹਾਂ ਇਹ ਨਜਾਇਜ਼ ਜਗ੍ਹਾ ਬਣੀਆਂ ਹੋਈਆਂ ਚੀਜ਼ਾਂ ਨੇ, ਇਹਨੂੰ ਤੋੜ ਦਿਓ। ਬਿਲਕੁਲ। ਪਰ ਦੂਜੇ ਪਾਸੇ ਇੱਕ ਤਰੀਕਾ ਉਹ ਦੂਜਾ ਵੀ ਹੈ, ਔਰ ਬੜੇ ਸੀਨੀਅਰ ਵਕੀਲਾਂ ਦਾ ਡਿਬੇਟ ਦੇ ਵਿੱਚ ਇਹ ਵੀ ਕਹਿਣਾ, ਉਹ ਇਹ ਕਹਿ ਰਹੇ ਸੀਗੇ ਕਿ ਅਸਲ ਦੇ ਵਿੱਚ ਸੁਪਰੀਮ ਕੋਰਟ ਦੀਆਂ ਦਰਜਨਾਂ ਜੱਜਮੈਂਟਾਂ ਨੇ ਜੀ ਕਿ ਜੇ ਕੋਈ ਬੰਦਾ ਸਲੱਮ 'ਚ ਰਹਿੰਦਾ ਹੈ, ਜੇ ਕੋਈ ਬੰਦਾ ਇਹੋ ਜਿਹੀਆਂ ਗੰਦੀਆਂ ਬਸਤੀਆਂ 'ਚ ਰਹਿੰਦਾ ਜਿੱਥੇ ਹੋਰ ਕੋਈ ਉਹਦੇ ਕੋਲ ਰਹਿਣ ਲਈ ਵੀ ਕੋਈ ਜਗ੍ਹਾ ਨਹੀਂ ਹੈ, ਤੁਸੀਂ ਉਹਨੂੰ ਅਲਟਰਨੇਟਿਵ ਜਗ੍ਹਾ ਦਿੱਤੇ ਬਿਨਾਂ ਉਹ ਤੋੜ ਨਹੀਂ ਸਕਦੇ। ਕਿਉਂਕਿ ਰਾਈਟ ਟੂ ਲਿਵ ਜਿਹੜਾ ਹੈ, ਰਹਿਣਾ ਜਿਹੜਾ ਇਸ ਦੇਸ਼ ਦੇ ਵਿੱਚ, ਉਹ ਸੰਵਿਧਾਨ ਨੇ ਤੁਹਾਨੂੰ ਜਿਉਣ ਦਾ ਹੱਕ ਦਿੱਤਾ ਹੋਇਆ। ਜਿਉਣ ਦੇ ਲਈ ਰੋਟੀ ਵੀ ਜ਼ਿੰਮੇਵਾਰੀ ਆ ਜਿਹੜੇ ਤੁਹਾਡੇ ਢਾਂਚੇ ਦੀ ਦੇਣ ਦੀ, ਅਤੇ ਉਹਨੂੰ ਕਿਤੇ ਨਾ ਕਿਤੇ ਰਹਿਣ ਦੇ ਲਈ ਜਗ੍ਹਾ ਦੇਣੀ ਵੀ ਹੈ। ਔਰ ਇਸੇ ਕਰਕੇ ਕਈ ਸ਼ਹਿਰਾਂ 'ਚ ਤੁਸੀਂ ਦੇਖੋ ਇਹ ਵਾਪਰਦਾ। ਚੰਡੀਗੜ੍ਹ ਦੇਖ ਲਓ, ਬਾਕੀ ਦੇਖ ਲਓ, ਜਦ ਕਿਤੇ ਬਹੁਤੇ ਰਹਿ ਜਾਂਦੇ ਨੇ ਝੁੱਗੀਆਂ, ਤੁਹਾਨੂੰ ਲੱਗਦਾ ਵੀ ਇੱਥੇ ਅਸੀਂ ਕੁਛ ਹੋਰ ਬਣਾਉਣਾ, ਇਹ ਪਬਲਿਕ ਯੂਜ ਲਈ ਹੈ, ਤਾਂ ਤੁਸੀਂ ਕਿਤੇ ਚਾਹੇ ਇੱਕ ਕਮਰੇ ਦਾ ਮਕਾਨ ਪਾ ਕੇ ਦਿਓ, ਸ਼ਿਫਟ ਕਰ ਦਿਓ ਨਾ ਜੀ। ਐਂ ਤਾਂ ਨਹੀਂ ਕਰਦੇ ਕਿ ਕਿਤੇ ਉਦੋਂ ਬਾਅਦ ਤੁਸੀਂ ਉਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਹੋ। ਜੇ ਉਦੋਂ ਬਿਨਾਂ ਕਰਦੇ ਹੋ ਤਾਂ ਉੱਥੇ ਰੌਲਾ ਜ਼ਿਆਦਾ ਪੈਂਦਾ। ਅਤੇ ਉਸੇ ਤਰੀਕੇ ਦਾ ਹੁਣ ਜਿਹੜਾ ਉਸ ਪਾਸੇ ਵੱਲ ਨੂੰ ਇੱਕ ਨੈਰੇਟਿਵ ਬਿਰਤਾਂਤ ਸਿਰਜਿਆ ਜਾ ਰਿਹਾ, ਇਹ ਲੰਮੇ ਸਮੇਂ ਦੇ ਉਸ ਬਿਰਤਾਂਤ ਦਾ ਇੱਕ ਹਿੱਸਾ ਹੈ। ਉਹਦਾ ਵੀ ਕੁੱਡਰ ਰੂਪ ਹੈ, ਮੇਰਾ ਤਾਂ ਖਿਆਲ ਹੈ ਜ਼ਿਆਦਾ ਵੱਡੇ ਪੈਮਾਨੇ 'ਤੇ, ਜਿੱਥੇ ਸੱਤਾ ਅਤੇ ਇੱਕ ਭਾਈਚਾਰਾ ਦੋਨੋਂ, ਜਾਂ ਇੱਕ ਭਾਈਚਾਰੇ ਦੇ ਜਿਹੜੇ ਤਿਉਹਾਰ ਨੇ ਉਹ ਇੱਕ ਪਾਸੇ ਦਿਖਾਈ ਦੇ ਰਹੇ ਨੇ ਅਤੇ ਦੂਜੇ ਪਾਸੇ, ਜਦ ਕਿ ਸਾਡੇ ਇਹ ਨਹੀਂ ਸੀਗਾ। ਔਰ ਇਸੇ ਕਰਕੇ ਚਿੰਤਾ, ਔਰ ਕਈ ਵੱਡੇ ਆਗੂਆਂ ਨੇ ਵੀ ਇਹਦੇ 'ਤੇ ਪ੍ਰਧਾਨ ਮੰਤਰੀ ਖਾਮੋਸ਼ ਕਿਉਂ ਨੇ, ਗ੍ਰਹਿ ਮੰਤਰੀ ਖਾਮੋਸ਼ ਕਿਉਂ ਨੇ, ਉਹਨਾਂ ਨੇ ਵੀ ਕਿਹਾ, ਜਿਹੜੀ ਵਿਰੋਧੀ ਧਿਰ ਦੇ ਨੇ, ਕਿ ਬੋਲਦੇ ਕਿਉਂ ਨਹੀਂ ਆਪ ਵੱਡੇ ਲੀਡਰ। ਇਹਦੇ 'ਚ ਮਤਲਬ ਇਹ ਹੋ ਜਾਂਦਾ ਕਿ ਜੇ ਤੁਸੀਂ ਕਿਸੇ ਦੇ ਨਜਾਇਜ਼ ਪੱਖ 'ਚ ਬੋਲਦੇ ਹੋ ਤਾਂ ਵੀ ਤੁਸੀਂ ਗਲਤ ਕਰ ਰਹੇ ਹੋ। ਜੇਕਰ ਨਜਾਇਜ਼ ਜਿਹੜਾ ਕਰਦਾ ਜੀ ਉਹਨੂੰ ਰੋਕਦੇ ਨਹੀਂ, ਬੋਲਦੇ ਨਹੀਂ, ਖਾਮੋਸ਼ ਰਹਿੰਦੇ ਹੋ, ਤਾਂ ਵੀ ਤੁਹਾਡਾ ਕਿਤੇ ਨਾ ਕਿਤੇ ਹਮਾਇਤ ਮੰਨੀ ਜਾਂਦੀ ਹੈ ਕਿ ਤੁਸੀਂ ਉਸ ਗੱਲ ਲਈ ਕਰਦੇ ਹੋ। ਔਰ ਸੁਪਰੀਮ ਕੋਰਟ ਵਰਗਾ ਜੇ ਫੈਸਲਾ ਵੀ ਤੁਸੀਂ ਮੰਨਣ ਤੋਂ ਇਨਕਾਰ ਕਰ ਦੋਗੇ, ਕੱਲ੍ਹ ਨੂੰ 100 ਬੰਦਾ ਜਾਂਦਾ, ਨਹੀਂ ਤਾਂ ਬੰਦਾ ਦੇਖ ਲੈਂਦਾ। ਔਰ ਜੇ ਵੀ ਮੈਂ ਸੁਪਰੀਮ ਕੋਰਟ ਚੱਲਿਆ, ਉਨੀ ਵੀ ਚੱਲ ਵੇਟ ਕਰ ਲੈਂਦੇ ਹਾਂ ਸੁਪਰੀਮ ਕੋਰਟ ਕੀ ਕਹਿੰਦੀ ਹੈ, ਦੇਖ ਲੈਂਦੇ ਹਾਂ। ਜੇ ਤੁਸੀਂ ਇਹ ਕਹਿਣ ਲੱਗ ਜਾਓਗੇ ਵੀ ਜਦ ਤੱਕ ਜਾਊ, ਜਦ ਤੱਕ ਉਹਦਾ ਆਰਡਰ ਆਊ ਮੈਂ ਮੰਨੂਗਾ ਨਹੀਂ, ਆਰਡਰ ਆਇਆ ਹੀ ਨਹੀਂ ਜੀ ਮੇਰੇ ਕੋਲ, ਤਾਂ ਕੱਲ੍ਹ ਦਿਨ ਨੂੰ 2 ਵਾਰ ਦਖਲ ਦੇਣਾ ਪਿਆ ਸੁਪਰੀਮ ਕੋਰਟ ਨੂੰ ਜੀ, ਦੁਬਾਰਾ ਫਿਰ ਦੇਣਾ ਪਿਆ ਵੀ ਇਹ ਕੀ ਮਜ਼ਾਕ ਬਣਾ ਰੱਖਿਆ, ਤੁਸੀਂ ਕੀ ਕਰ ਰਹੇ ਹੋ। ਔਰ ਉਹ ਵੀ ਉੱਥੇ ਦੇਸ਼ ਦੀ ਰਾਜਧਾਨੀ 'ਚ ਜਿੱਥੇ ਸੁਪਰੀਮ ਕੋਰਟ ਹੈ। ਜੇ ਦੇਸ਼ ਦੇ ਦੂਰ ਦੁਰਾਡੇ ਹੋਵੇ ਕੋਈ ਘਟਨਾ ਜਾਂ ਬਾਕੀ ਦਾ ਚੀਜ਼, ਉਹ ਕੀ ਕਰਨਗੇ। ਇਹ ਬੜਾ ਖਤਰਨਾਕ ਟਰੈਂਡ ਆ। ਔਰ ਇਹ ਟਰੈਂਡ ਤੋਂ ਮੇਰੇ ਖਿਆਲ ਹੈ ਬੜੇ ਸੀਰੀਅਸਲੀ ਸੋਚ ਸਮਝ ਕੇ ਗੌਰਮੈਂਟ ਦੀ ਇਹ ਮੇਨ ਜ਼ਿੰਮੇਵਾਰੀ ਬਣਦੀ ਹੈ। ਬਾਕੀ ਪੋਲੀਟੀਕਲ ਅਤੇ ਸਮਾਜਿਕ ਧਿਰਾਂ ਦੀ ਵੀ ਬਣਦੀ ਹੈ, ਵੱਖ-ਵੱਖ ਧਰਮਾਂ ਦੇ ਵੀ ਲੋਕਾਂ ਦੀ ਸਭ ਦੀ ਬਣਦੀ ਹੈ ਕਿ ਉਹ ਟਕਰਾਅ ਇੱਕ ਗ੍ਰਹਿ ਯੁੱਧ ਵਰਗੀ ਹਾਲਤ ਵੱਲ ਚਲਾ ਜਾਂਦਾ। ਉਹਨੂੰ ਰੋਕਣਾ, ਉਹਨੂੰ ਕਿਵੇਂ ਆਪਸੀ ਸਹਿ ਹੋਂਦ ਦੇ ਵਿੱਚ ਰਹਿਣਾ, ਇਸ ਪਾਸੇ ਵੱਲ ਸੋਚਣ ਦੀ ਲੋੜ ਹੈ। ਹਮੀਰ ਜੀ, ਇਸ ਦੇ ਨਾਲ ਹੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਵੱਡੇ ਸਿਆਸੀ ਆਗੂਆਂ ਨੂੰ ਫੜਾਫੜੀ ਦਾ ਮਾਹੌਲ ਵੀ ਜਿਹੜਾ ਉਹ ਲਗਾਤਾਰ ਸਿਰਜਿਆ ਜਾ ਰਿਹਾ। ਗੱਲ ਕਰੀਏ ਪੰਜਾਬ ਪੁਲਿਸ ਵੱਲੋਂ ਕੁਮਾਰ ਵਿਸ਼ਵਾਸ ਦੇ ਘਰ ਛਾਪੇਮਾਰੀ ਕੀਤੀ ਜਾਂਦੀ ਹੈ, ਕਾਂਗਰਸ ਆਗੂ ਅਲਕਾ ਲਾਂਬਾ ਨੂੰ ਸੰਮਨ ਭੇਜੇ ਜਾਂਦੇ ਨੇ ਵੀ, ਕਿ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਵੀ ਸਾਰਾ ਉਹ ਜਿਹੀ ਮਜਾਜ ਹੈ ਜਿਵੇਂ ਕੋਈ ਬੰਦਾ ਹੁੰਦਾ ਉਹ ਸਾਰਾ ਕੁਝ ਹੋ ਜਾਂਦਾ। ਜਿਵੇਂ ਸਾਡੇ ਸੀ ਇੱਕ ਵਾਰ ਸਲੋਗਨ ਦਿੱਤਾ ਸੀ, ਇੰਦਰਾ ਇਜ ਇੰਡੀਆ, ਇੰਡੀਆ ਇਜ ਇੰਦਰਾ, ਵੀ ਇੰਦਰਾ ਗਾਂਧੀ ਨੂੰ ਬਿਲਕੁਲ ਭਾਰਤ ਜਿਵੇਂ ਦੇਸ਼ ਆ ਉਹ ਵਿਅਕਤੀ ਬਰਾਬਰ ਨੇ। ਇਸੇ ਤਰ੍ਹਾਂ ਅੱਜ ਕੱਲ੍ਹ ਨਰਿੰਦਰ ਮੋਦੀ ਨੂੰ ਵੀ ਕਿਹਾ ਜਾਂਦਾ, ਨਰਿੰਦਰ ਮੋਦੀ ਔਰ ਭਾਰਤ ਜਿਵੇਂ ਇਕੱਠੇ ਕੋਈ ਗੱਲ ਹੁੰਦੀ। ਨਰਿੰਦਰ ਮੋਦੀ ਦੀ ਆਲੋਚਨਾ ਜਿਹੜੀ ਹੈ ਉਹ ਭਾਰਤ ਦੀ ਆਲੋਚਨਾ ਹੋ ਜਾਂਦੀ ਹੈ, ਉਹ ਦੇਸ਼ ਧਰੋਹੀ ਹੋ ਜਾਂਦੀ ਹੈ ਜਿਸ ਤਰੀਕੇ ਨਾਲ। ਉਵੇਂ ਕੇਜਰੀਵਾਲ ਵੀ ਆਪਣੀ ਪਾਰਟੀ 'ਚ ਮੇਰੇ ਖਿਆਲ ਉਦੋਂ ਘੱਟ ਤਾਂ ਨਹੀਂ ਕਹਾਉਂਦਾ, ਉਹ ਵੀ ਉਦੋਂ ਵੱਡਾ ਹੀ ਕਹਾਉਂਦਾ। ਉਹ ਤਾਂ ਕਹਿੰਦਾ ਵੀ ਮੈਨੂੰ ਤਾਂ ਚੈਲੰਜ ਦਾ ਸਵਾਲ ਹੀ ਨਹੀਂ ਹੈ। ਔਰ ਹੁਣ ਸਵਾਲ ਤੁਸੀਂ ਦੇਖੋ ਕਿ ਕਦੋਂ ਕਿਸੇ ਬੰਦੇ ਨੇ ਕਿਹੜੇ ਟਵੀਟ ਦੇ ਵਿੱਚ ਕੋਈ ਖਾਲਿਸਤਾਨੀ ਕਿਹਾ। FIR ਕਿਵੇਂ ਹੁੰਦੀ ਹੈ? ਇੱਕ ਬੰਦੇ ਜੀ ਰੋਪੜ ਦੇ ਪਿੰਡਾਂ 'ਚ ਫਿਰ ਰਹੇ ਸੀ, ਉਹ ਬੰਦਿਆਂ ਨੂੰ ਕਿਸੇ ਨੇ ਕਿਹਾ ਕਿ ਤੁਹਾਡਾ ਤਾਂ ਲੀਡਰ ਖਾਲਿਸਤਾਨੀ ਹੈ, ਅਤੇ ਉਹਨੂੰ ਆ ਕੇ ਸੂਹ ਹੋ ਜਾਂਦਾ ਵੀ ਮੇਰਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ, ਦੇਖੋ ਜੀ ਮੈਨੂੰ ਖਾਲਿਸਤਾਨੀ ਕਹਿ ਤਾ ਅਤੇ ਮੈਂ ਜਾਨਾ ਅਤੇ ਮੈਂ ਬਾਅਦ 'ਚ ਪਰਚਾ ਦਰਜ ਕਰਾ ਦਿੰਦਾ। ਅਜੀਬੋ ਗਰੀਬ ਇੱਕ ਗੱਲ ਹੈ। ਸਾਡਾ ਜਿਹੜਾ ਤੰਤਰ ਹੈ, ਵੈਸੇ ਜੇ ਦੇਖਿਆ ਜਾਏ ਸਾਡੇ ਤੰਤਰ 'ਚ ਇਹ ਹੈ ਕਿ ਨਹੀਂ ਤਾਂ ਜਿੱਥੇ ਘਟਨਾ ਵਾਪਰਦੀ ਹੈ, ਜਿੱਥੇ ਉਹ ਦੋਨੋਂ ਲੀਡਰ ਵੀ ਦਿੱਲੀ 'ਚ ਨੇ, ਕੇਜਰੀਵਾਲ 'ਚ ਵੀ ਦਿੱਲੀ 'ਚ ਨੇ,
ਜੇ ਰੀਅਲ ਸੈਂਸ 'ਚ ਕੋਰਟ ਦਾ ਜੁਰਿਸਡਿਕਸ਼ਨ ਦੀ ਗੱਲ ਹੈ, ਥਾਣੇ ਦੀ ਜੁਰਿਸਡਿਕਸ਼ਨ ਦੀ ਗੱਲ ਵੀ ਆਪਾਂ ਕਰੀਏ ਤਾਂ ਉੱਥੇ ਇਹਦੀ ਚੋਟ ਕਿਹਨੂੰ ਵੱਜੀ ਹੈ ਸਭ ਤੋਂ ਜ਼ਿਆਦਾ? ਕੇਜਰੀਵਾਲ ਨੂੰ ਨਾ। ਬਿਲਕੁਲ। ਤੀਜੇ ਥਾਂ ਫਿਰਦੇ ਪਿੰਡ 'ਚ ਬੰਦੇ ਨੂੰ ਕਿਵੇਂ ਵੱਜੀ ਜੀ? ਮੈਨੂੰ ਤਾਂ ਇਹੀ ਨਹੀਂ ਸਮਝ ਆ ਰਹੀ। ਉਹ ਕੋਈ ਕੇਜਰੀਵਾਲ ਕੋਈ ਗੁਰੂ ਨਾਨਕ ਹੈ, ਕੋਈ ਹਜ਼ਰਤ ਮੁਹੰਮਦ ਹੈ, ਕੋਈ ਉਸ ਪੈਗੰਬਰ ਹੈ, ਮਤਲਬ ਜਿਹਦੇ ਨਾਲ ਐਂ ਜੁੜ ਕੇ ਤੁਸੀਂ ਕਹੋਗੇ ਜੀ ਜੋ ਮਰਜ਼ੀ ਕਰੋ। ਪੋਲੀਟੀਕਲ ਲੀਡਰ ਹੈ, ਪੋਲੀਟਿਕਸ 'ਚ ਬਹੁਤ ਚੀਜ਼ਾਂ ਉਹ ਬੋਲਦੇ ਨੇ ਬੜੀਆਂ ਚੀਜ਼ਾਂ, ਇੱਧਰ ਉੱਧਰ ਤੁਸੀਂ ਉਹ ਕਰ ਰਹੇ ਹੋ। ਬਿਲਕੁਲ ਜੀ। ਉਹਦੇ 'ਚ ਤੁਸੀਂ ਜੇ ਚਾਹੁੰਦੇ ਹੀ ਹੋ, ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਡੈਫਾਮੇਸ਼ਨ ਹੋਇਆ ਹੈ, ਤੁਸੀਂ ਉੱਥੇ ਨੇੜੇ ਦੀ ਅਦਾਲਤ ਸੱਜਰੋ ਕਰ ਲਓ ਤਾਂ ਕਿ ਉਹ ਵੀ ਭੁਗਤ ਲੈਣਗੇ ਮੁਕੱਦਮਾ, ਤੁਸੀਂ ਵੀ ਭੁਗਤ ਲਓ ਜੀ। ਇਹ ਤੀਜੇ ਥਾਂ ਜਾ ਕੇ ਜਾਂ ਤਾਂ ਇਹਦੇ 'ਚ ਤਾਂ ਫਿਰ ਝੱਲ ਕੇ ਹੀ ਆਉਂਦੇ ਕਿ ਤੁਹਾਡੇ ਕੋਲ ਦਿੱਲੀ 'ਚ ਪੁਲਿਸ ਆਪਦੀ ਨਹੀਂ ਹੈ, ਉਹ ਹੋਮ ਮਿਨਿਸਟਰੀ ਦੇ ਅੰਡਰ ਹੈ। ਪੰਜਾਬ 'ਚ ਪਹਿਲੀ ਵਾਰ ਤੁਹਾਡੇ ਕੋਲ ਪੁਲਿਸ ਆਈ ਹੈ। ਕੱਲ੍ਹ ਨੂੰ ਤੁਸੀਂ ਪੁਲਿਸ ਰਾਜ ਬਣਾਉਣ ਵੱਲ ਚੱਲ ਪਓਗੇ ਤਾਂ ਕੋਈ ਵੀ ਬੰਦਾ ਕਹੂਗਾ ਕੱਲ੍ਹ ਨੂੰ ਇਹ ਤਾਂ ਚਲੋ ਉਹ ਵੀ ਤਾਂ ਲੀਡਰ ਨੇ, ਲੀਡਰ ਭੁਗਤ ਲੈਣਗੇ, ਉਹ ਉਹਦੀ ਪਾਰਟੀ 'ਚੋਂ ਗਏ ਸੀ, ਕਿ ਰੰਜਸ ਵੀ ਹੁੰਦੀ ਹੈ, ਦੂਜੀਆਂ ਪਾਰਟੀਆਂ ਦੇ ਨਾਲ ਵੀ ਉਹਨਾਂ ਦੇ ਸੰਬੰਧ ਨੇ ਚੰਗੇ। ਜੇ ਸਧਾਰਨ ਬੰਦੇ ਵੀ ਜਿਹੜੇ ਰੋਜ਼ ਬੋਲਦੇ ਨੇ, ਜਿਹੜੇ ਰੋਜ਼ ਆਪਣੀ ਗੱਲ ਕਰਦੇ ਨੇ, ਤਾਂ ਤੁਸੀਂ ਕਈ ਜਗ੍ਹਾ ਜਾ ਕੇ ਉਹਦੇ ਖਿਲਾਫ ਕਿਸੇ ਤੀਜੇ ਰਾਜ 'ਚ ਮਤਲਬ ਪਰਚਾ ਦਰਜ ਕਰਾ ਦਿਓ, ਉਹ ਤਾਂ ਪੇਸ਼ੀਆਂ ਭੁਗਤਦਾ ਹੀ ਮਰ ਜਾਊਗਾ। ਬਿਲਕੁਲ। ਕੱਲ੍ਹ ਨੂੰ ਬੋਲਣਾ ਬੰਦ ਕਰ ਦੋਗੇ ਤੁਸੀਂ ਲੋਕਾਂ ਦਾ। ਇਹ ਰੁਝਾਨ ਮਾੜਾ ਹੈ, ਮਤਲਬ ਇਹਦੇ ਨਾਲ ਕਿੰਨਾ ਕਿਸੇ ਨੂੰ ਨੁਕਸਾਨ ਹੁੰਦਾ ਨਹੀਂ ਹੁੰਦਾ ਉਹ ਅਲੱਗ ਸਵਾਲ ਹੈ। ਇਹ ਰੁਝਾਨ ਐਡਾ ਮਾੜਾ ਹੈ ਕਿ ਇਹਦੇ 'ਚੋਂ ਫਿਰ ਲੋਕ ਰੰਜਸਾਂ ਲੱਭਣਗੇ, ਇਹਦੇ 'ਚੋਂ ਬਦਲੇ ਲਿਆ ਕਰਨਗੇ, ਔਰ ਬਦਲੇ ਦੇ ਵਰਗੀਆਂ ਹੀ ਇਹ ਗੱਲਾਂ ਨੇ, ਹੋਰ ਕੋਈ ਇਦੋਂ ਬਿਨਾਂ ਗੱਲ ਵੀ ਨਹੀਂ ਹੈ ਕਿ ਇਹਨੂੰ ਤਾਂ ਮੈਂ ਸਬਕ ਸਿਖਾਉਣਾ। ਤੁਸੀਂ ਸਬਕ ਕਿੰਨਿਆਂ ਨੂੰ ਸਿਖਾ ਕੇ ਇੱਥੇ ਦੁਨੀਆ ਤੁਰ ਗਈ, ਕੌਣ ਕੀ ਹੈ, ਅਤੇ ਇਹਦਾ ਕੋਈ ਮਤਲਬ ਨਹੀਂ ਬਣਦਾ। ਸਿਆਸਤ 'ਚ ਤਾਂ ਬਿਲਕੁਲ ਨਹੀਂ ਬਣਦਾ। ਔਰ ਨਹੀਂ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਉਹ ਅਸੀਂ ਕਹਿ ਰਹੇ ਹਾਂ ਕਿ ਅਸੀਂ ਬਹੁਤ ਵੱਡੇ ਗਿਆਨਵਾਨ ਬਣਦੇ ਜਾ ਰਹੇ ਹਾਂ, 21ਵੀਂ ਸਦੀ 'ਚ ਜਾ ਰਹੇ ਹਾਂ। ਲੱਗਦਾ ਹੈ ਵੀ ਅਸੀਂ 18ਵੀਂ ਸਦੀ ਨਾਲੋਂ 16ਵੀਂ ਸਦੀ ਨਾਲੋਂ ਮੱਧ ਕਾਲ ਨਾਲੋਂ ਵੀ ਪਿੱਛੇ ਜਾ ਰਹੇ ਹਾਂ, ਅੱਗੇ ਨਹੀਂ ਜਾ ਰਹੇ ਕਿਸੇ ਵੀ ਰੂਪ 'ਚ। ਹਮੀਰ ਜੀ, ਇਸੇ ਤਰ੍ਹਾਂ ਦੀ ਇੱਕ ਘਟਨਾ ਗੁਜਰਾਤ 'ਚ ਵੀ ਵਾਪਰਦੀ ਹੈ, ਜਿੱਥੇ ਉੱਥੇ ਮੌਜੂਦਾ ਵਿਧਾਇਕ ਨੂੰ ਅਸਾਮ ਪੁਲਿਸ ਜਿਹੜਾ ਹੈ ਉਹ ਗ੍ਰਿਫਤਾਰ ਤੱਕ ਕਰਕੇ ਲੈ ਜਾਂਦੀ ਹੈ। ਉਸ ਨੂੰ ਕਿਵੇਂ ਦੇਖੋਗੇ ਫਿਰ? ਉਹਨੇ ਵੀ ਜਗਨੇਸ਼ ਮਵਾਣੀ ਹੈ, ਇੱਕ ਦਲਿਤ ਲੀਡਰ ਹੈ ਬੜਾ ਵੱਡਾ, ਇੰਡੀਪੈਂਡੈਂਟ MLA ਜਿੱਤਿਆ ਹੋਇਆ ਗੁਜਰਾਤ ਤੋਂ ਉਹ ਤਾਂ। ਅਤੇ ਉਹਨੇ ਇੱਕ ਟਵੀਟ ਇਹ ਕੀਤਾ ਕਿ ਨਰਿੰਦਰ ਮੋਦੀ ਜਿਹੜੇ ਨੇ ਉਹ ਮਹਾਤਮਾ ਗਾਂਧੀ ਨੂੰ ਕਤਲ ਕਰਨ ਵਾਲੇ ਜਿਹੜੇ ਨਥੂਰਾਮ ਗੋਡਸੇ ਨੇ ਉਹਦੇ ਉਪਾਸਕ ਨੇ, ਉਹਨਾਂ ਦਾ ਗਾਰਡ ਹੈ। ਇਹ ਇੱਕ ਉਹਨੇ ਟਵੀਟ ਕੀਤਾ। ਔਰ ਮੈਨੂੰ ਲੱਗਦਾ ਇਹ ਗੱਲ ਤਾਂ ਬਾਰ-ਬਾਰ ਸਾਰੇ ਵਿਰੋਧੀ ਧਿਰ ਵੈਸੇ ਕਹੀ ਜਾ ਰਹੀ ਹੈ ਕਿ RSS ਅਤੇ BJP ਸਟੈਂਡ ਸਪਸ਼ਟ ਕਰੇ ਕਿ ਉਹ ਗੋਡਸੇ ਦੇ ਨਾਲ ਹੈ ਜਾਂ ਮਹਾਤਮਾ ਗਾਂਧੀ ਦੇ ਨਾਲ ਹੈ, ਕਿਹਦੇ ਨਾਲ ਹੈ, ਇਹ ਕੋਈ ਨਵੀਂ ਗੱਲ ਤਾਂ ਕਹੀ ਨਹੀਂ ਜੀ। ਅਤੇ ਜੇ ਨਵੀਂ ਗੱਲ ਕਹੀ ਵੀ ਹੈ, ਮੰਨ ਲਓ ਗੁਜਰਾਤ ਦਾ MLA ਗੁਜਰਾਤ 'ਚ ਕਹੀ ਹੈ, ਤਾਂ ਇਹ ਪ੍ਰਧਾਨ ਮੰਤਰੀ ਦੀ ਛਵੀ ਨੂੰ ਮਤਲਬ ਇਹਦੇ ਨਾਲ ਖਤਰਾ ਹੋਇਆ ਤਾਂ ਪ੍ਰਧਾਨ ਮੰਤਰੀ ਮੁਕੱਦਮਾ ਕਰਨ ਨੂੰ ਉੱਥੇ ਜੀ ਵੀ ਤੂੰ ਮੇਰੇ ਲਈ ਕੀ ਕੀਤਾ। ਜੇ ਪ੍ਰਧਾਨ ਮੰਤਰੀ ਨਹੀਂ ਕਰਦੇ, ਚਲੋ ਗੁਜਰਾਤ ਦੇ ਵਿੱਚ ਜਿਹੜੇ ਬੈਠੇ ਹੋਰ ਬੰਦੇ ਨੇ, ਜਿੱਥੇ ਦੇ ਉਹ ਹੋਏ ਨੇ, ਜਿੱਥੇ ਦੇ ਉਹ ਮੁੱਖ ਮੰਤਰੀ ਵੀ ਰਹੇ, ਉੱਥੇ ਵੀ BJP ਹੈ, ਉੱਥੇ ਵੀ ਸਾਰੇ ਲੋਕ ਨੇ, ਅਤੇ ਤੁਸੀਂ ਉੱਥੇ ਕਿਉਂ ਨਹੀਂ ਕਰਦੇ? ਔਰ ਇੱਕ ਇਹਨਾਂ 'ਚ ਇੱਕ ਅਜੀਬ ਤਰ੍ਹਾਂ ਦੀ ਤਰਤੀਬ ਹੈ। ਤੁਸੀਂ ਦੇਖੋ, ਇੱਥੇ ਡਾਕਾ ਵੱਜ ਜੇ, ਚੋਰੀਆਂ ਹੋ ਜਾਣ, ਕਤਲ ਹੋ ਜੇ, ਰੇਪ ਹੋ ਜੇ, ਪੁਲਿਸ ਨਹੀਂ ਛੇਤੀ ਫੜਨ ਜਾਂਦੀ। ਲੋਕ ਕਹਿੰਦੇ ਯਾਰ ਪੁਲਿਸ ਜਾਂਦੀ ਨਹੀਂ, ਫਿਰ ਧਰਨੇ ਦਿੰਦੇ ਨੇ ਮੁਜ਼ਾਹਰੇ। ਇੱਥੇ ਪੁਲਿਸ ਫਟਾਫਟ ਉੱਥੇ ਨੋਟਿਸ ਚਮਕਾਉਣ ਚਲੀ ਜਾਂਦੀ ਹੈ, ਦਿੱਲੀ ਪੰਜਾਬ ਦੀ ਪੁਲਿਸ ਜੀ। ਬਿਲਕੁਲ। ਇੱਥੇ ਦੇਖਿਆ ਕਿਤੇ ਪੰਜਾਬ ਦੀ ਪੁਲਿਸ ਕਿਤੇ ਆਉਂਦੀ ਲੋਕਾਂ ਦੇ ਰੌਲਾ ਪਾਏ ਬਿਨਾਂ ਵੀ ਤੁਸੀਂ ਆਓ ਭਾਈ। ਔਰ ਅਸਾਮ 'ਚ ਜਾ ਕੇ ਮੋਦੀ ਸਾਹਿਬ ਦੇ ਜਜ਼ਬਾਤ ਮੋਦੀ ਸਾਹਿਬ ਦੇ ਲਈ ਭੜਕੇ ਨੇ, ਅਤੇ ਅਸਾਮ ਦੀ ਪੁਲਿਸ ਉੱਥੋਂ ਬਾਈ ਏਅਰ ਆਉਂਦੀ ਹੈ, ਗੁਜਰਾਤ ਆਉਂਦੀ ਹੈ, ਉਹਨੂੰ ਫੜ ਕੇ ਲਿਜਾਂਦੀ ਹੈ, ਫਿਰ ਅਹਿਮਦਾਬਾਦ ਤੋਂ ਫਿਰ ਅਸਾਮ ਚੱਲੂਗਾ। ਗੱਲ ਕਿ ਬਲੈਗੀ ਹੈ ਕਿ ਬੰਦੇ ਨੂੰ ਇੰਨਾ ਪਰੇਸ਼ਾਨ ਕਰ ਦਿਓ ਕਿ ਉਹ ਅਸਾਮ 'ਚ ਜਾ ਕੇ ਪੈਸਿਆਂ ਭੁਗਤਣ ਜਾਊਗਾ, ਕੀ ਕਰੂ ਕੀ ਨਹੀਂ, ਜਦ ਤੱਕ ਜਾ ਕੇ ਅੱਗੇ ਚੋਣਾਂ ਆਉਣਗੀਆਂ, ਉਹਨਾਂ ਚੋਣਾਂ ਦੇ ਵਿੱਚ ਹਿਸਾਬ ਕਿਵੇਂ ਸੈੱਟ ਹੁੰਦੇ ਨੇ। ਮੈਨੂੰ ਤਾਂ ਲੱਗਦਾ ਇਹ ਪੋਲੀਟੀਕਲ ਮਤਲਬ ਗੇਮ ਹੈ, ਔਰ ਉਹ ਇਸ ਹੱਦ ਤੱਕ ਦੀ ਇੱਕ ਗਿਰਾਵਟ ਵਾਲੀ ਗੇਮ ਹੈ, ਜਿਹੜੀ ਇੱਕ ਕੱਦਾਵਰ ਲੀਡਰਾਂ ਨੂੰ ਜਾਂ ਜਿਹੜੇ ਚੰਗੇ ਲੀਡਰ ਆਪਣੇ ਆਪ ਨੂੰ ਕਹਾਉਂਦੇ ਨੇ ਕਿ ਜਿਹੜੇ ਕਹਿੰਦੇ ਨੇ ਇਸकी ਸੇਵਾ ਲਈ ਪੋਲੀਟਿਕਸ 'ਚ ਆਏ ਹਾਂ, ਉਹਨਾਂ ਲਈ ਤਾਂ ਇਹ ਬਿਲਕੁਲ ਨਹੀਂ ਸੌਂਦੀ। ਵੈਸੇ ਤਾਂ ਕਿਸੇ ਲਈ ਵੀ ਨਹੀਂ ਸੌਂਦੀ ਕਿ ਤੁਸੀਂ ਐਂ ਕਰੋ। ਔਰ ਹੋਰ ਬਹੁਤ ਮੁੱਦੇ ਨੇ ਦੇਸ਼ ਦੇ ਵਿੱਚ, ਲੋਕਾਂ ਦੀਆਂ ਸਮੱਸਿਆਵਾਂ ਨੇ ਬਹੁਤ, ਜਿਨ੍ਹਾਂ ਨਾਲ ਰਿਲੇਟਡ ਤੁਸੀਂ ਗੱਲਾਂ ਕਰੋ ਅਤੇ ਅਦਾਲਤਾਂ 'ਚ ਇਹੋ ਜਿਹੇ ਕੇਸ ਸੁਣਵਾਓਗੇ। ਲੱਖਾਂ ਕੇਸ ਪੈਂਡਿੰਗ ਪਿਆ, ਕਰੋੜਾਂ ਕੇਸ ਸਾਡੇ ਸੁਪਰੀਮ ਕੋਰਟ, ਹਾਈ ਕੋਰਟਾਂ 'ਚ, ਲੋਅਰ ਕੋਰਟਾਂ ਦੇ ਵਿੱਚ। ਉਹਦੇ 'ਚ ਅੱਧੇ ਇਹੋ ਜਿਹੇ ਹੋਰ ਸ਼ੁਰੂ ਕਰ ਦਿਓ, ਅਤੇ ਜਿਹੜੇ ਜੈਨੂਅਨ ਲੋਕ ਇਸ ਲੈ ਕੇ ਜਾਂਦੇ ਨੇ ਕਿ ਮੈਨੂੰ ਇਨਸਾਫ ਮਿਲੂ, ਉਹਨਾਂ ਨੂੰ ਕਿਹਨੇ ਪੁੱਛਣਾ ਜੀ। ਇਸ ਲਈ ਉੱਧਰ ਵੀ ਇਹਦਾ ਕੋਈ ਮਤਲਬ ਨਹੀਂ ਹੈ। ਔਰ ਇਹ ਜਿਹੜੀ ਇੱਕ ਰਲੀ ਮਿਲੀ ਸਿਆਸਤ ਇਸ ਲੈਵਲ ਦੀ ਹੋ ਰਹੀ ਹੈ। ਔਰ ਮੈਨੂੰ ਲੱਗਦਾ ਕਿ ਪਿਛੋਕੜ ਦੇ ਵਿੱਚ ਇੰਨਾ ਜ਼ਿਆਦਾ ਵੱਡੇ ਵੱਡੇ ਆਗੂਆਂ ਨੇ ਇੱਕ ਦੂਜੇ ਦੇ ਖਿਲਾਫ ਵੀ ਲਿਖਿਆ ਹੋਇਆ, ਇੱਕ ਦੂਜੇ ਦੀ ਫਿਲਾਸਫੀ ਦੇ ਖਿਲਾਫ ਲਿਖਿਆ ਹੋਇਆ, ਇੱਕ ਦੂਜੇ ਦੇ ਵਿਚਾਰ ਦੇ ਖਿਲਾਫ ਲਿਖਿਆ ਹੋਇਆ, ਫਿਰ ਤਾਂ ਉਹ ਤਾਂ ਜੇਲ੍ਹਾਂ 'ਚ ਹੀ ਬੰਦ ਰਹਿੰਦੇ।
ਜੀ ਜੇ ਉਹਨਾਂ ਨੇ ਇੱਕ ਦੂਜੇ ਨੂੰ ਸੁਣਿਆ, ਇੱਕ ਦੂਜੇ ਦੀ ਗੱਲ ਸੁਣੀ ਹੈ, ਤੁਸੀਂ ਤਰਕ ਦਾ ਜਵਾਬ ਤਰਕ ਨਾਲ ਦੇ ਦਿਓ। ਉਹਨੇ ਤੁਹਾਡੇ ਤੇ ਕੋਈ ਐਲੀਗੇਸ਼ਨ ਲਾਇਆ, ਉਹਦਾ ਜਵਾਬ ਦੇ ਦਿਓ, ਲੋਕਾਂ ਨੂੰ ਸਮਝ ਆ ਜਾਂਦੀ ਹੈ। ਬਸ ਗੱਲ ਤਾਂ ਇੰਨੀ ਹੋਏ। ਬਿਲਕੁਲ ਇੱਥੇ ਅਪਰਾਧਕ ਮੁਕੱਦਮੇਬਾਜ਼ੀ 'ਚ ਕਿਉਂ ਉਲਝਿਆ ਜਾ ਰਿਹਾ ਹੈ? ਔਰ ਇਹ ਦੱਸਦਾ ਹੈ ਕਿ ਸਾਡਾ ਦੇਸ਼ ਤਾਂ ਸਾਡੇ ਦੇਸ਼ ਦੇ ਆਗੂ ਅਸੀਂ ਕਿੰਨੇ ਸੌੜੇ ਤੇ ਕਿੰਨੇ ਤੰਗ ਨਜ਼ਰ ਹੁੰਦੇ ਜਾ ਰਹੇ ਹਾਂ, ਤੇ ਕਿੰਨੀ ਤੰਗ ਨਜ਼ਰੀ ਨਾਲ ਦੇਸ਼ ਨੂੰ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹਮੀਰ ਜੀ, ਜਿਵੇਂ ਸੱਤਾਧਾਰੀ ਆਗੂਆਂ ਦੀ ਸ਼ਹਿ ਤੇ ਦੇਸ਼ ਦੇ ਵਿੱਚ ਅਜਿਹੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਇੱਕ ਵੱਖਰਾ ਹੀ ਕਿਸਮ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਅਜਿਹੀ ਘਟਨਾਵਾਂ ਸਮਾਜ ਨੂੰ ਕਿਸ ਪਾਸੇ ਲੈ ਕੇ ਜਾ ਰਹੀਆਂ? ਸਮਾਜ ਨੂੰ ਕਿਸੇ ਪਾਸੇ ਨਹੀਂ ਲਿਜਾਣਗੇ। ਜਿੱਥੇ ਜਾ ਰਿਹਾ ਸਮਾਜ ਪਤਾ ਹੀ ਹੈ। ਔਰ ਇਹ ਘਟਨਾਵਾਂ ਕੱਲੇ ਕੱਲੇ ਬੰਦੇ ਦੇ ਵਿੱਚ ਕੁੜੱਤਣ ਪੈਦਾ ਕਰਨਗੀਆਂ, ਕੱਲੇ ਕੱਲੇ ਪਾਰਟੀ ਦੇ ਇੱਕ ਦੂਜੇ ਦੇ ਖਿਲਾਫ ਕੁੜੱਤਣ ਪੈਦਾ ਕਰਨਗੀਆਂ, ਜਾਂ ਫਿਰ ਇਹ ਉਹ ਬੋਲਤੀ ਬੰਦ ਕਰ ਦੇਣਗੀਆਂ ਜਿਹੜੇ ਬੋਲਣਾ ਚਾਹੁੰਦੇ ਨੇ ਮਾੜੇ ਮੋਟੇ ਠੀਕ ਤਰੀਕੇ ਦੇ ਨਾਲ। ਜਿਹੜਾ ਕੋਈ ਐਲੀਗੇਸ਼ਨ ਲਾਊਗਾ ਹੀ ਨਾ, ਜੇ ਕਿਸੇ ਨੂੰ ਲੱਗਦਾ ਕਿ ਇਹ ਬੰਦੇ ਨੇ ਆਹ ਗੱਲ ਕੀਤੀ ਹੈ, ਜੀ ਬਿਲਕੁਲ, ਜੇ ਗਲਤ ਤੁਸੀਂ ਸਪਸ਼ਟੀਕਰਨ ਦੀ ਬਜਾਏ ਜੇ ਥਾਣੇ ਕਚਹਿਰੀਆਂ ਚੱਕ ਲੋਗੇ ਤਾਂ ਬੋਲਣ ਦੀ ਆਜ਼ਾਦੀ ਜਿਹੜੀ ਹੈ, ਜਿਹੜੀ ਸੰਵਿਧਾਨ ਨੇ ਦਿੱਤੀ ਆ ਬੋਲਣ ਦੀ ਆਜ਼ਾਦੀ, ਕਿ ਤੁਸੀਂ ਆਪਣੀ ਜਿੱਥੇ ਹਿੰਸਾ ਨਹੀਂ ਭੜਕਾਉਂਦੇ, ਹਿੰਸਾ ਤੋਂ ਬਿਨਾਂ ਤੁਸੀਂ ਬਾਕੀ ਗੱਲ ਕਰ ਸਕਦੇ ਹੋ। ਜਿੱਥੇ ਦਿੱਲੀ ਦੀ ਪੁਲਿਸ ਇਹ ਕਹਿੰਦੀ ਹੈ ਕਿ ਧਰਮ ਸੰਸਦ ਦੇ ਵਿੱਚ ਇੱਕ ਬੰਦਾ ਬੋਲਦਾ ਹੈ ਤੇ ਉਹ ਜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਵੀ ਕਰਦਾ, ਇਹ ਕੋਈ ਗੈਰ ਸੰਵਿਧਾਨਕ ਨਹੀਂ ਹੈ, ਉਹਦੇ 'ਚ ਨਹੀਂ ਹੈ, ਤਾਂ ਕੇਵਲ ਖਾਲਿਸਤਾਨੀ ਕਹਿਣਾ, ਫਿਰ ਉਹਦੇ ਨਾਂ 'ਤੇ ਇੱਕ ਦੂਜੇ ਲੀਡਰ ਦਾ ਮੁਕੱਦਮਾ ਦਰਜ ਕਰਾਉਣਾ, ਇਹ ਕਿੱਧਰੋਂ ਆ ਗਿਆ ਜੀ? ਬਿਲਕੁਲ। ਜਿੱਥੇ ਕੋਈ ਇਹ ਕਹਿੰਦਾ ਕਿ ਲਗਾਤਾਰ ਕਿ ਮਹਾਤਮਾ ਗਾਂਧੀ ਦਾ ਕਤਲ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਸੀ, ਨੱਥੂਰਾਮ ਗੋਡਸਾ ਜਿਹੜਾ ਕਾਤਲ ਹੈ, ਤੇ ਤੁਸੀਂ ਜੇ ਉਹਦੀ ਮਦਦ ਕਰਨ ਦੀ ਗੱਲ ਕਰਦੇ ਹੋ, ਜੇ ਕੋਈ ਕਹਿੰਦਾ ਕਿ ਤੁਸੀਂ ਗਲਤ ਕਰ ਰਹੇ ਹੋ ਜਾਂ ਤਾਂ ਆਪਣੀ ਸਟੈਂਡ ਸਪਸ਼ਟ ਕਰੋ, ਤਾਂ ਫਿਰ ਇਹ ਕਿੱਥੇ ਮਤਲਬ ਉਹ ਸਾਰੇ ਮਾਮਲੇ ਦੇ ਵਿੱਚ ਆ ਜਾਂਦਾ। ਔਰ ਈਵਨ ਤਾਂ ਮੈਨੂੰ ਤਾਂ ਲੱਗਦਾ ਕਿ ਕੋਈ ਅੱਜ ਪ੍ਰਧਾਨ ਮੰਤਰੀ ਉੱਥੇ ਬੋਲ ਰਹੇ ਨੇ ਲਾਲ ਕਿਲ੍ਹੇ 'ਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ, ਉਹ ਗ੍ਰਹਿ ਮੰਤਰੀ ਵੀ ਇੱਦੋਂ ਪਹਿਲਾਂ ਬੋਲੇ ਨੇ। ਜੇ ਉਸ ਲੈਵਲ ਦੀ ਪਾਏਦਾਰ ਇਹਨਾਂ ਨੇ ਉਹਨੂੰ ਵੀ ਤੰਗ ਨਜ਼ਰ ਕਿਵੇਂ, ਜਦੋਂ ਤੁਸੀਂ ਅਪਰੋਚ ਲੈਂਦੇ ਹੋ ਨਾ, ਤੰਗ ਨਜ਼ਰੀ ਕਿਵੇਂ ਹੁੰਦੀ ਹੈ? ਮੈਂ ਪ੍ਰਧਾਨ ਮੰਤਰੀ ਨੂੰ ਤਾਂ ਨਹੀਂ ਸੁਣਿਆ ਕਿਉਂਕਿ ਅਜੇ ਸ਼ਾਇਦ ਬੋਲਣਾ, ਅਤੇ ਕੱਲ੍ਹ ਅਮਿਤ ਸ਼ਾਹ ਜੀ ਨੂੰ ਸੁਣਿਆ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਜਿਹੜੀ ਦਿੱਤੀ ਹੈ ਉਹ ਹਿੰਦੂਆਂ ਲਈ ਦਿੱਤੀ ਹੈ, ਹਿੰਦੂ ਉਹਨਾਂ ਦੇ ਰਿਣੀ ਰਹਿਣਗੇ, ਇਹ ਦੇਸ਼ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਉਹ ਹੈ, ਅਤੇ ਸਾਰਾ ਕੁਝ ਉਸ ਲੈਵਲ 'ਤੇ ਹੈ ਜੀ। ਕੀ ਇਹ ਕੁਰਬਾਨੀ ਦੀ ਹੁਣ ਇਹ ਪਰਿਭਾਸ਼ਾ ਹੋ ਜਾਏਗੀ ਇਸ ਹੱਦ ਤੱਕ ਦੇ? ਉਹਨੂੰ ਅੱਜ ਦੇ ਨਾਲ ਜੋ ਕਿ ਕਸ਼ਮੀਰੀ ਪੰਡਤ ਆਏ, ਕਿਉਂਕਿ ਕਸ਼ਮੀਰ 'ਚ ਅੱਜ ਵੀ ਤੁਸੀਂ ਉਹੀ ਪੰਡਤਾਂ ਦਾ ਸਵਾਲ ਨੂੰ ਜੋੜ ਰਹੇ ਹੋ ਕਿ ਜੀ ਮੁਸਲਮਾਨਾਂ ਦੇ ਖਿਲਾਫ ਤੁਸੀਂ ਇੱਕ ਮਾਹੌਲ ਚੱਲ ਰਿਹਾ, ਉਹਨੂੰ ਉਸ ਤਰੀਕੇ ਦੇ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਪਰ ਜੇ ਉਹਦਾ ਦੇਖੀਏ, ਪ੍ਰੋਫੈਸਰ ਪ੍ਰੀਤਮ ਸਿੰਘ ਆਕਸਫੋਰਡ ਯੂਨੀਵਰਸਿਟੀ ਵਾਲਿਆਂ ਨੇ ਇੱਕ ਵਾਰ ਲਿਖਿਆ ਸੀਗਾ ਇਹ ਕਿ ਯੂਐਨਓ ਲੈਵਲ 'ਤੇ ਦੁਨੀਆ ਪੱਧਰ ਦੇ ਵਿੱਚ ਲੇਖ ਲਿਖੇ ਗਏ ਸੀ ਕਿ ਪਿਛਲੀਆਂ ਸਦੀਆਂ ਦੇ ਦੌਰਾਨ ਕਿਹੜੇ 5 ਮਨੁੱਖ ਨੇ, 5 ਵੱਡੇ ਆਗੂ ਨੇ ਪੈਦਾ ਹੋਏ ਜਿਹੜੇ ਮਨੁੱਖੀ ਅਧਿਕਾਰਾਂ ਦੇ ਮਾਮਲੇ 'ਚ ਦੁਨੀਆ ਦੇ ਵਿੱਚ ਇੱਕ ਲਾਸ ਮਿਸਾਲ ਗੱਲ ਕੀਤੀ ਹੋਵੇ। ਉਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਇੱਕ ਨੇ। ਦੁਨੀਆ ਦੇ ਜਿਹੜੇ ਬੰਦੇ ਉਹ ਸੀ, ਉਹਨਾਂ ਨੇ ਕੀ ਕੀਤਾ? ਕਿਉਂ ਉਹ ਵੱਡੇ ਨੇ? ਕਿਉਂ ਦਾਇਰਾ ਵੱਡਾ ਸੀ ਜਿਹਨੂੰ ਅਸੀਂ ਸੀਮਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ? ਸਭ ਨੂੰ ਪਤਾ ਕਿ ਉਸ ਜ਼ਮਾਨੇ 'ਚ ਜਿਹੜੇ ਵਿਗਾੜ ਆਉਂਦੇ ਨੇ, ਸਾਰੇ ਧਰਮਾਂ 'ਚ ਵਿਗਾੜ ਆਉਂਦੇ ਨੇ। ਬਿਲਕੁਲ। ਇਸ ਈਸਾਈਆਂ 'ਚ ਵੀ, ਕੈਥੋਲਿਕ ਵੀ ਆਏ, ਹੋਰ ਵੀ ਆਏ, ਸਾਰਿਆਂ 'ਚ ਇਸੇ ਲਈ ਵਿਰੋਧ ਵੀ ਹੁੰਦੇ ਨੇ, ਉਹਦੇ 'ਚੋਂ ਨਵੇਂ ਵੀ ਬਣਦੇ ਨੇ। ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸਿੱਖੀਜ਼ਮ ਵਿਕਸਿਤ ਹੋ ਰਿਹਾ ਸੀ ਉਸ ਪੱਧਰ ਦੇ ਉੱਤੇ ਆ ਕੇ, ਚਾਹੇ ਸਿੱਖੀ ਨੂੰ ਪਰਮਾਨੈਂਟ ਐਸ ਸ਼ਕਲ ਦੇ ਰੂਪ 'ਚ ਆਹ ਚੀਜ਼ਾਂ ਗੁਰੂ ਗੋਬਿੰਦ ਸਿੰਘ ਦੇ ਵੇਲੇ ਮਿਲੀਆਂ ਨੇ, ਪਰ ਇਹ ਲਗਾਤਾਰ ਗੁਰੂ ਨਾਨਕ ਸਾਹਿਬ ਤੋਂ ਫਿਲਾਸਫੀ ਆ ਰਹੀ ਸੀ ਜੀ। ਉਹ ਜਨੇਊ ਨੂੰ ਨਹੀਂ ਸੀ ਮੰਨ ਰਹੇ ਕਿ ਜਨੇਊ ਪਾਉਣਾ, ਦੱਸੋ ਜੀ ਇਹਦਾ ਗੱਲ ਕੀ ਹੈ, ਠੀਕ ਕੀ ਹੈ, ਕਿਵੇਂ ਹੈ, ਕੀ ਨਹੀਂ ਹੈ। ਔਰ ਉਹ ਮਲਟੀਪਲ ਗੋਡ ਨੂੰ ਨਹੀਂ ਸੀ ਮੰਨ ਰਹੇ, ਉਹ ਇੱਕ ਗੋਡ ਦੀ ਗੱਲ ਕਰਦੇ ਸੀ ਵੀ ਆਪਾਂ ਇਸ ਤਰੀਕੇ ਨਾਲ ਕਰਨਾ ਹੈ। ਕਿੰਨੀਆਂ ਚੀਜ਼ਾਂ ਨੇ। ਉਹ ਜਾਤ ਪਾਤ ਨੂੰ ਨਹੀਂ ਸੀ ਮੰਨ ਰਹੇ, ਜਦ ਕਿ ਜਿਹੜੀ ਫਿਲਾਸਫੀ ਹੈ ਬ੍ਰਾਹਮਣਵਾਦੀ, ਉਹ ਜਾਤ ਪਾਤ ਨੂੰ ਤਰਜੀਹ ਦਿੰਦੀ ਹੈ ਔਰ ਮੰਨਦੀ ਹੈ। ਇਹਦਾ ਮਤਲਬ ਕਿੰਨੀਆਂ ਗੱਲਾਂ 'ਤੇ ਤੁਹਾਡਾ ਵਿਚਾਰਕ ਵਿਰੋਧ ਹੈ ਉਸ ਮੱਤ ਨਾਲ। ਬਿਲਕੁਲ। ਜਿਹਨੂੰ ਕਸ਼ਮੀਰੀ ਪੰਡਤ ਕਹਿੰਦੇ ਸੀਗੇ ਵੀ ਹਾਂ ਅਸੀਂ ਉਹੀ ਕਰਦੇ। ਗੁਰੂ ਨਾਨਕ ਸਾਹਿਬ ਨੇ ਤਾਂ ਜਨੇਊ ਪਾਉਣ ਤੋਂ ਇਨਕਾਰ ਕਰਤਾ ਸੀ ਜੀ। ਜਦ ਉਹ ਬੰਦੇ ਵੀ ਆਉਂਦੇ ਨੇ ਤਾਂ ਗੁਰੂ ਤੇਗ ਬਹਾਦਰ ਇਹ ਫੈਸਲਾ ਲੈਂਦੇ ਨੇ, ਉਹ ਇਹ ਨਹੀਂ ਕਹਿੰਦੇ ਮੇਰੇ ਬੰਦੇ ਤਾਂ ਤੁਸੀਂ ਹੈ ਨਹੀਂ ਜੀ, ਅਤੇ ਮੇਰਾ ਤਾਂ ਪੰਥ ਅਲੱਗ ਹੈ, ਤੁਸੀਂ ਤਾਂ ਆਪਦੀ ਗੱਲ ਕਰਦੇ ਹੋ, ਆਪਦੀ ਲੜਾਈ ਆਪ ਲੜੋ। ਉਹ ਇਹ ਕਹਿੰਦੇ ਨੇ ਵੀ ਜੇ ਜਨੇਊ ਉਤਾਰਨ ਦੇ ਲਈ ਵੀ ਫਿਰ ਵੀ ਕੋਈ ਜ਼ੁਲਮ ਨਾਲ ਉਤਾਰਦਾ, ਮੈਂ ਚਾਹੇ ਸਹਿਮਤ ਹਾਂ ਚਾਹੇ ਨਹੀਂ ਹਾਂ। ਜੇ ਬਾਕੀ ਗੱਲਾਂ 'ਤੇ ਵੀ ਕੋਈ ਜ਼ਬਰਦਸਤੀ ਕਰਦਾ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜਾਂ ਨਹੀਂ ਹਾਂ, ਇਹਦੇ ਮੈਂ ਮੂਹਰੇ ਖੜ੍ਹਾਂ ਅਤੇ ਮੈਂ ਕੁਰਬਾਨੀ ਦੇਣ ਲਈ ਤਿਆਰ ਹਾਂ ਜੀ। ਇਹ ਉੱਡਾ ਵੱਡਾ ਦਾਇਰਾ ਹੈ, ਮਤਲਬ ਜਿਹੜਾ ਚਾਹੇ ਤੁਸੀਂ ਬਿਲਕੁਲ, ਮੈਨੂੰ ਇਹ ਲੱਗਦਾ ਕਿ ਅੱਜ ਦੇ ਦੌਰ ਦੇ ਵਿੱਚ
ਗੁਰੂ ਸਾਹਿਬ ਹੁੰਦੇ ਤਾਂ ਅੱਜ ਦੇ ਦੌਰ ਦੇ ਵਿੱਚ ਜਿਹੜਾ ਇਹ ਹੋ ਰਿਹਾ ਹੈ ਮੁਸਲਮ ਦੇ ਨਾਲ ਜਾਂ ਬਾਕੀ ਦੇ ਨਾਲ, ਉਹ ਤਾਂ ਉਹਦੇ ਲਈ ਖੜੇ ਹੁੰਦੇ ਹੋਣੇ, ਬਿਲਕੁਲ ਕੁਰਬਾਨੀ ਦੇਣ ਦੇ ਲਈ। ਜਿੱਥੇ ਵੀ ਕਿਤੇ ਜ਼ੁਲਮ ਔਰ ਤਸ਼ੱਦਦ ਦਾ ਸਵਾਲ ਹੈ, ਜਦੋਂ ਤਕੜਾ ਮਤਲਬ ਮਾੜੇ ਨੂੰ ਮਾਰਦਾ ਹੈ, ਤਾਂ ਉਹ ਮਾੜੇ ਨਾਲ ਖੜਦੇ ਨੇ ਜਾ ਕੇ ਕਿ ਨਹੀਂ ਇਹ ਨਹੀਂ ਹੋ ਸਕਦਾ, ਔਰ ਇੱਕ ਇਨਸਾਫ ਦੀ ਗੱਲ ਹੁੰਦੀ ਹੈ। ਔਰ ਐਡੇ ਵੱਡੇ ਮਤਲਬ ਦਾਇਰੇ ਨੂੰ ਤੁਸੀਂ ਸੀਮਤ ਜੇਕਰ ਕਰੋਗੇ, ਔਰ ਇਹ ਦੁਨੀਆ ਭਰ ਦੇ ਵਿੱਚ ਸੰਦੇਸ਼ ਜਾਣਾ ਚਾਹੀਦਾ ਬਲਕਿ ਇਸ ਪੱਧਰ ਦੇ ਉੱਤੇ ਕਿ ਮਨੁੱਖੀ ਅਧਿਕਾਰ ਕੀ ਚੀਜ਼ ਹੁੰਦੀ ਹੈ। ਜੀ, ਮਨੁੱਖੀ ਅਧਿਕਾਰ ਹਰ ਬੰਦੇ ਨੂੰ ਆਪਣੀਆਂ ਟਰਮਜ਼ ਤੇ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦੀ ਗਰੰਟੀ ਕਰਨ ਦਾ ਨਾਂ ਹੈ। ਬਿਲਕੁਲ। ਉਹ ਕਿਸੇ ਵੀ ਧਰਮ 'ਚ ਯਕੀਨ ਰੱਖਦਾ, ਉਹਨੂੰ ਆਪਦਾ ਧਰਮ ਮੰਨਣ ਦਾ, ਕਿਸੇ ਬੋਲੀ 'ਚ ਰੱਖਦਾ ਆਪਦੀ ਬੋਲੀ ਬੋਲਣ ਦਾ, ਕਿਸੇ ਤਰੀਕੇ ਦਾ ਕੋਈ ਖਾਣਾ ਪੀਣਾ ਚਾਹੁੰਦਾ, ਕਿਹੋ ਜਿਹਾ ਪਹਿਨਣਾ ਚਾਹੁੰਦਾ, ਕਿਹੋ ਜਿਹੀਆਂ ਚੀਜ਼ਾਂ ਨੇ ਉਹ ਉਹਦੇ ਮੁਤਾਬਕ ਉਹਨੂੰ ਹੱਕ ਹੋਣਾ ਚਾਹੀਦਾ। ਸਿਸਟਮ ਦੀ ਇਹ ਜ਼ਿੰਮੇਵਾਰੀ ਹੈ ਕਿ ਜੇ ਉਹਦੇ ਆ ਕੇ ਕੋਈ ਦਖਲ ਦਿੰਦਾ ਹੈ, ਤੁਸੀਂ ਉਹਨੂੰ ਰੋਕੋ। ਜੀ, ਤੁਸੀਂ ਇੱਕ ਮਾਹੌਲ ਇਹੋ ਜਿਹਾ ਇੱਕ ਪੈਦਾ ਕਰਨਾ ਉਸ ਲੈਵਲ ਦਾ। UN ਦਾ ਜਿਹੜਾ 10 ਦਸੰਬਰ 1948 ਦਾ ਸਰਬ ਵਿਆਪਕ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ ਹੈ, ਉਹ ਵੀ ਇਹੀ ਕਹਿੰਦਾ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜਾਂ ਬਾਕੀ ਨੇ ਸਾਰਾ ਇੱਕ ਸੈੱਟ ਕੀਤਾ ਮਾਹੌਲ, ਔਰ ਭਾਰਤ ਉੱਤੇ ਸਿਗਨੇਟਰੀ ਵੀ ਹੈ, ਦਸਤਖਤ ਵੀ ਕੀਤੇ ਹੋਏ ਨੇ। ਔਰ ਲੱਗਦਾ ਹੈ ਕਿ ਸਾਨੂੰ ਜੇ ਆਪਣਾ ਇਮੇਜ ਦੁਨੀਆ ਦੇ ਵਿੱਚ ਮਨੁੱਖਤਾਵਾਦੀ ਰੱਖਣਾ ਹੈ, ਇਨਸਾਨੀਅਤ ਪਸੰਦ ਰੱਖਣਾ ਹੈ, ਤਾਂ ਸਾਨੂੰ ਉਹ ਵੱਡੇ ਦਾਇਰੇ ਦੇ ਵਿੱਚ ਸੋਚਣਾ ਪਊਗਾ। ਸਾਰੇ ਛੋਟੀਆਂ ਚੀਜ਼ਾਂ ਨੂੰ ਜਿਹੜਾ ਇੱਦੋਂ ਪਾਰ ਜਾਣਾ ਪਏਗਾ, ਉੱਥੋਂ ਆਪਣੀ ਸਮਝਦਾਰੀ ਨੂੰ ਇੱਕ ਬਿਹਤਰ ਸਮਝਦਾਰੀ ਦੇ ਰੂਪ ਦੇ ਵਿੱਚ ਬਣਾਉਣ ਦਾ ਮਤਲਬ ਕੋਸ਼ਿਸ਼ ਕਰਨੀ ਪਏਗੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।